ਹੈਲੋ ਸਟੂਡੈਂਟਸ, मैं खुशी शर्मा आप सब ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਦੇ ਵਿੱਚ। ਸਟੂਡੈਂਟਸ, ਜੇਕਰ ਤੁਸੀਂ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ। ਆਪਾਂ ਆਪਣੇ ਚੈਨਲ ਦੇ ਵਿੱਚ ਆਂਗਨਵਾੜੀ ਸੁਪਰਵਾਈਜ਼ਰ ਐਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ। एग्ज़ाम 25 ਸਤੰਬਰ ਨੂੰ ਹੈ ਤੇ 25 ਸਤੰਬਰ ਤੋਂ ਪਹਿਲਾਂ ਹਜੇ 1 ਮਹੀਨਾ ਪਿਆ ਹੈ। ਤਦ ਤੱਕ ਜੋ ਹੈ ਕਾफ़ी हद तक सिलेबस कंप्लीट हो जाएगा इसका। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਹਿਸਟਰੀ ਦੀ ਗੱਲ ਕਰ ਰਹੇ ਹਾਂ। ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਉੱਪਰ ਰਾਜ ਕੀਤਾ। ਇਸ ਤੋਂ ਬਾਅਦ ਕੁਝ ਇੱਕ ਧਾਰਮਿਕ ਤੇ ਸਮਾਜਿਕ ਲਹਿਰਾਂ ਚੱਲੀਆਂ ਸੀਗੀਆਂ ਪੰਜਾਬ ਦੇ ਵਿੱਚ, ਉਹਨਾਂ ਦੀ ਗੱਲ ਕਰਾਂਗੇ। ਪੰਜਾਬ ਹਿਸਟਰੀ ਐਂਡ ਕਲਚਰ ਦੇ ਵਿੱਚ ਇੰਪੋਰਟੈਂਟ ਟੌਪਿਕ ਹੈ ਇਹ, ਆਪਾਂ ਟੌਪਿਕ ਵਾਈਜ਼ ਹੀ ਚੱਲ ਰਹੇ ਹਾਂ ਤੇ ਗੱਲ ਕਰ ਲੈਂਦੇ ਹਾਂ ਅੱਜ ਦੀ ਵੀਡੀਓ ਦੇ ਬਾਰੇ ਦੇ ਵਿੱਚ। ਜੋ ਬ੍ਰਿਟਿਸ਼ ਸਰਕਾਰ ਸੀ ਉਸਨੇ ਪੰਜਾਬ ਦੇ ਵਿੱਚ ਰਾਜ ਕੀਤਾ ਸੀ। ਕਿੰਨਾ ਸਮਾਂ ਰਾਜ ਕੀਤਾ, ਕਦੋਂ ਰਾਜ ਕੀਤਾ। ਪੰਜਾਬ ਬ੍ਰਿਟਿਸ਼ ਭਾਰਤ ਦਾ ਇੱਕ ਸੂਬਾ ਸੀ। 1849 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਬਹੁਤੇ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ ਅਤੇ ਬ੍ਰਿਟਿਸ਼ ਨਿਯੰਤਰਣ ਵਿੱਚ ਆਉਣ ਵਾਲੇ ਭਾਰਤੀ ਉਪ ਮਹਾਦੀਪ ਦੇ ਆਖਰੀ ਖੇਤਰਾਂ ਵਿੱਚੋਂ ਇੱਕ ਸੀ। 1858 ਵਿੱਚ ਪੰਜਾਬ ਬਾਕੀ ਬ੍ਰਿਟਿਸ਼ ਭਾਰਤ ਦੇ ਨਾਲ ਬ੍ਰਿਟਿਸ਼ ਤਾਜ ਦੇ ਸਿੱਧੇ ਸ਼ਾਸਨ ਅਧੀਨ ਆ ਗਿਆ। ਕਦੋਂ ਜੋ ਹੈ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਵਿੱਚ ਜੋ ਹੈ ਰਾਜ ਕਰਨਾ ਸ਼ੁਰੂ ਕੀਤਾ। 1849 ਈਸਵੀ ਦੇ ਵਿੱਚ ਕਬਜ਼ੇ ਵਿੱਚ ਲਿਆ ਸੀਗਾ ਬ੍ਰਿਟਿਸ਼ ਸਰਕਾਰ ਨੇ ਪੰਜਾਬ ਨੂੰ। ਇੰਪੋਰਟੈਂਟ ਚੀਜ਼ ਹੈ ਕਿ ਕਦੋਂ ਜੋ ਹੈ ਪੰਜਾਬ ਅੰਗਰੇਜ਼ੀ ਹਕੂਮਤ ਦੇ ਅਧੀਨ ਆ ਗਿਆ, 1849 ਈਸਵੀ ਦੇ ਵਿੱਚ। ਤੇ ਉਸ ਤੋਂ ਬਾਅਦ 1857 ਦਾ ਵਿਦਰੋਹ ਹੋਇਆ ਸੀ, ਜਿਹਦੇ ਬਾਅਦ ਕੀ ਹੋਇਆ ਸੀ 1858 ਈਸਵੀ ਦੇ ਵਿੱਚ ਜੋ ਭਾਰਤ ਸੀਗਾ ਉਹ ਬ੍ਰਿਟਿਸ਼ ਤਾਜ ਦੇ ਸਿੱਧੇ ਸ਼ਾਸਨ ਦੇ ਅਧੀਨ ਆ ਗਿਆ ਸੀ। ਕੁਐਸਚਨ ਵਾਈਜ਼ ਚੱਲਦੇ ਹਾਂ। ਅੰਗਰੇਜ਼ਾਂ ਨੇ ਪੰਜਾਬ ਤੇ ਕਿੰਨਾ ਸਮਾਂ ਰਾਜ ਕੀਤਾ। ਅੰਗਰੇਜ਼ਾਂ ਨੇ ਪੰਜਾਬ ਤੇ 1849 ਈਸਵੀ ਤੋਂ 1947 ਜਦ ਤੱਕ ਕਿ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ ਉਦੋਂ ਤੱਕ ਰਾਜ ਕੀਤਾ। ਨੈਕਸਟ ਕੁਐਸਚਨ ਹੈ ਅੰਗਰੇਜ਼ਾਂ ਤੋਂ ਪਹਿਲਾਂ ਪੰਜਾਬ ਤੇ ਕਿਸਨੇ ਰਾਜ ਕੀਤਾ। ਜਿਵੇਂ ਕਿ ਕਾਫੀ ਸਟੂਡੈਂਟਸ ਨੂੰ ਪਤਾ ਹੋਵੇਗਾ ਕਿ ਪਹਿਲਾ ਜੋ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਪੰਜਾਬ ਦੇ ਵਿੱਚ। ਪੰਜਾਬ ਵਿੱਚ ਸਿੱਖ ਰਾਜਾ ਮਹਾਰਾਜਾ ਰਣਜੀਤ ਸਿੰਘ ਦੁਆਰਾ ਇੱਕ ਸ਼ਕਤੀਸ਼ਾਲੀ ਸ਼ਕਤੀ ਬਣਾਇਆ ਗਿਆ ਸੀ। ਪੰਜਾਬ ਨੂੰ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ ਤੇ ਸ਼ਕਤੀਸ਼ਾਲੀ ਰਾਜ ਬਣਾਇਆ ਸੀ, ਜਿਨ੍ਹਾਂ ਨੇ 1801 ਤੋਂ ਲੈ ਕੇ 1839 ਤੱਕ ਰਾਜ ਕੀਤਾ ਸੀ। ਠੀਕ ਹੈ ਜੀ, 1801 ਤੋਂ ਲੈ ਕੇ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ, ਇਹ ਗੱਲ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣੀ ਹੈ। ਪੰਜਾਬ ਰਾਜ ਨੂੰ ਬਰਤਾਨਵੀ ਸਾਮਰਾਜ ਵਿੱਚ ਕਿਸਨੇ ਮਿਲਾ ਦਿੱਤਾ। ਪੰਜਾਬ ਰਾਜ ਜੋ ਸੀ ਬਰਤਾਨਵੀ ਸਮਾਜ ਦੇ ਅਧੀਨ ਕਿਵੇਂ ਆ ਗਿਆ। ਤੇ ਲਾਹੌਰ ਦੀ ਸੰਧੀ ਹੋਈ ਸੀ 1849 ਈਸਵੀ ਵਿੱਚ। ਲਾਰਡ ਡਲਹੌਜੀ ਅਧੀਨ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਸੀ। 1849 ਈਸਵੀ ਵਿੱਚ ਲਾਹੌਰ ਦੀ ਸੰਧੀ ਹੋਈ ਸੀ। ਠੀਕ ਹੈ, ਇਹ ਗੱਲ ਯਾਦ ਰੱਖਣ ਵਾਲੀ ਹੈ ਕਿ 1848 ਟੂ 1849 ਦੇ ਵਿੱਚ ਜੋ ਸੀਗਾ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਯੁੱਧ ਹੋਇਆ ਸੀ, ਜਿਹਨੂੰ ਐਂਗਲੋ ਸਿੱਖ ਯੁੱਧ ਕਿਹਾ ਜਾਂਦਾ ਹੈ 1839-1849 ਦੌਰਾਨ, ਜਿਹਦੇ ਵਿੱਚ ਜਿਹੜੀ ਸੀ ਸਿੱਖਾਂ ਦੀ ਹਾਰ ਹੋਈ ਸੀ, ਜਿਹਦੇ ਕਾਰਨ ਲਾਰਡ ਡਲਹੌਜੀ ਨੇ ਪੰਜਾਬ ਨੂੰ ਆਪਣੇ ਵਿੱਚ ਮਿਲਾ ਲਿਆ ਸੀ। ਸੈਕਿੰਡ ਐਂਗਲੋ ਸਿੱਖ ਯੁੱਧ ਦੇ ਵਿੱਚ ਹਾਰ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਸੀ। ਨੈਕਸਟ ਕੁਐਸਚਨ ਹੈ ਪੰਜਾਬ ਵਿੱਚ 1857 ਦੀ ਬਗਾਵਤ ਕਿਉਂ ਅਸਫਲ ਰਹੀ। 1857 ਈਸਵੀ ਦਾ ਜਿਹੜਾ ਵਿਦਰੋਹ ਹੋਇਆ ਸੀ ਉਹ ਅਸਫਲ ਰਿਹਾ ਸੀ। ਕਿਉਂ ਰਿਹਾ ਸੀ। 1857 ਦਾ ਵਿਦਰੋਹ ਸਥਾਨਕ ਅਤੇ ਮਾੜੀ ਢੰਗ ਨਾਲ ਸੰਗਠਿਤ ਸੀ। ਸੰਚਾਰ ਸਹੂਲਤਾਂ ਦੀ ਘਾਟ ਕਾਰਨ ਵਿਆਪਕ ਤੌਰ ਤੇ ਖਿੰਡੇ ਹੋਏ ਛਾਉਣੀਆਂ ਦੇ ਸਿਪਾਹੀ ਇਕੱਠੇ ਹੋ ਕੇ ਕੰਮ ਨਹੀਂ ਕਰ ਸਕਦੇ ਸਨ। ਇਹ ਜਿਹੜੀ ਬਗਾਵਤ ਹੈ ਸਿਪਾਹੀਆਂ ਦੁਆਰਾ ਕੀਤੀ ਗਈ ਸੀ, ਪਰ ਬਗਾਵਤ ਜੋ ਹੈ ਦੇਸ਼ ਦੇ ਵੱਡੇ ਖੇਤਰਾਂ ਵਿੱਚ ਨਹੀਂ ਫੈਲੀ ਸੀ। ਕੋਈ ਇੱਕ ਅਜਿਹਾ ਆਈਡੀਅਲ ਨਹੀਂ ਸੀ ਜਿਹਦੇ ਅੰਡਰ ਰਹਿ ਕੇ ਸਾਰੇ ਇਕੱਠੇ ਹੋ ਕੇ ਕੰਮ ਕਰ ਸਕਣ। ਸਾਰੇ ਅਲੱਗ-ਅਲੱਗ ਖਿੰਡੇ ਹੋਏ ਸੀ, ਇਕੱਠੇ ਨਹੀਂ ਸੀ ਹੋਏ। ਇਸ ਕਰਕੇ ਲਾਹੌਰ ਦੀ ਸੰਧੀ ਦੇ ਦਸਤਖਤ ਕਦੋਂ ਕੀਤੇ ਗਏ। ਜਿਹੜੀ ਲਾਹੌਰ ਦੀ ਸੰਧੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਜਿਹੜਾ ਸੀ ਅੰਗਰੇਜ਼ਾਂ ਅਧੀਨ ਆ ਗਿਆ ਸੀ, ਇਹ ਤੇ ਦਸਤਖਤ ਕਿਸਨੇ ਕੀਤੇ ਸੀ ਤੇ ਕਦੋਂ ਕੀਤੇ ਸੀ। ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ 9 ਮਾਰਚ 1846 ਨੂੰ ਲਾਹੌਰ ਦੀ ਸੰਧੀ ਤੇ ਦਸਤਖਤ ਕੀਤੇ ਗਏ ਸਨ।
ਸੰਧੀ ਦੇ ਹਿੱਸੇ ਵਜੋਂ ਸਿੱਖ ਕਸ਼ਮੀਰ, ਹਜ਼ਾਰਾ ਅਤੇ ਜਲੰਧਰ ਦੁਆਬ ਨੂੰ ਅੰਗਰੇਜ਼ਾਂ ਨੂੰ ਸੌਂਪਣ ਲਈ ਸਹਿਮਤ ਹੋ ਗਏ। ਅੰਗਰੇਜ਼ ਜਿਹੜੇ ਸਿੱਖ ਸੀ ਖੁਦ ਸਹਿਮਤ ਹੋਏ ਸੀਗੇ ਕਿ ਉਹਨਾਂ ਨੇ ਜਲੰਧਰ ਦੁਆਬ, ਸਿੱਖ ਕਸ਼ਮੀਰ ਅਤੇ ਹਜ਼ਾਰਾ ਵਰਗੇ ਇਲਾਕਿਆਂ ਨੂੰ ਅੰਗਰੇਜ਼ਾਂ ਨੂੰ ਸੌਂਪ ਦੇਣਾ ਹੈ। ਇਸ ਸੰਧੀ ਕਾਰਨ ਹੀ ਕੋਹੀਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪਾ ਗਿਆ ਸੀਗਾ। ਆਹ ਜਿਹੜੀ ਸੰਧੀ ਹੋਈ ਸੀ ਲਾਹੌਰ ਦੀ ਸੰਧੀ, ਇਹਦੇ ਕਾਰਨ ਜਿਹੜਾ ਕੋਹੀਨੂਰ ਹੀਰਾ ਸੀ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਗਿਆ ਸੀਗਾ। ਲਾਹੌਰ 1846 ਦੀ ਸੰਧੀ ਤੇ ਕਿਸ ਨੇ ਦਸਤਖਤ ਕੀਤੇ? ਜਿਹੜੀ ਪਹਿਲੀ ਐਂਗਲੋ ਸਿੱਖ ਯੁੱਧ ਹੋਈ ਸੀ 1845-1846 ਦੌਰਾਨ, ਠੀਕ ਹੈ, ਉਹਦੇ ਵਿੱਚ ਜਿਹੜੀ ਸੀ ਸਿੱਖਾਂ ਦੀ ਹਾਰ ਹੋਈ ਸੀ। ਲਾਹੌਰ ਦੀ ਸੰਧੀ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਈ ਸੀ। ਸੰਧੀ ਨੇ ਸਾਲ 1845-46 ਦੌਰਾਨ ਪਹਿਲੀ ਐਂਗਲੋ ਸਿੱਖ ਜੰਗ ਦੇ ਅੰਤ ਦਾ ਐਲਾਨ ਕੀਤਾ। ਠੀਕ ਹੈ, ਜਿਹੜੀ 1845 ਤੇ 1846 ਦੌਰਾਨ ਜਿਹੜੀ ਪਹਿਲੀ ਐਂਗਲੋ ਸਿੱਖ ਜੰਗ ਜਿਹੜੀ ਚੱਲੀ ਸੀ ਉਹਦਾ ਅੰਤ ਹੋ ਗਿਆ ਸੀ। ਈਸਟ ਇੰਡੀਆ ਕੰਪਨੀ ਅਤੇ ਮਹਾਰਾਜਾ ਦਲੀਪ ਸਿੰਘ ਬਹਾਦਰ ਨੇ ਇਸ ਨੂੰ ਅੰਜਾਮ ਦਿੱਤਾ। ਠੀਕ ਹੈ, ਦਸਤਖਤ ਕਿਹਨੇ ਕੀਤੇ? ਈਸਟ ਇੰਡੀਆ ਕੰਪਨੀ ਤੇ ਮਹਾਰਾਜਾ ਦਲੀਪ ਸਿੰਘ ਨੇ ਇਸ ਤੇ ਦਸਤਖਤ ਕੀਤੇ। ਦੂਸਰੀ ਐਂਗਲੋ ਸਿੱਖ ਜੰਗ ਦਾ ਕੀ ਨਤੀਜਾ ਨਿਕਲਿਆ? ਦੂਜੀ ਐਂਗਲੋ ਸਿੱਖ ਯੁੱਧ ਜਿਹੜੀ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਹੋਈ ਸੀ 1840 ਤੇ 1849 ਦੇ ਵਿਚਕਾਰ ਲੜੀ ਗਈ ਸੀ। ਇਸ ਯੁੱਧ ਨੇ ਅੰਗਰੇਜ਼ਾਂ ਦੁਆਰਾ ਪੰਜਾਬ ਦਾ ਪੂਰਾ ਕੰਟਰੋਲ ਕਰ ਲਿਆ। ਠੀਕ ਹੈ, ਪੂਰੀ ਤਰ੍ਹਾਂ ਨਾਲ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਆਪਣਾ ਸ਼ਾਸਨ ਕਰ ਲਿਆ। ਇਹ ਖੇਤਰ ਬਾਅਦ ਵਿੱਚ ਉੱਤਰ ਪੱਛਮੀ ਸਰਹੱਦੀ ਸੂਬਾ ਬਣ ਗਿਆ ਸੀ। ਠੀਕ ਹੈ, ਮਤਲਬ ਜਿਹੜੀ ਐਂਗਲੋ ਸਿੱਖ ਜਿਹੜੀਆਂ ਜੰਗ ਹੋਈਆਂ ਸੀਗੀਆਂ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ, ਉਹਨਾਂ ਦਾ ਕੀ ਨਤੀਜਾ ਨਿਕਲਿਆ ਸੀਗਾ ਕਿ ਜਿਹੜਾ ਪੰਜਾਬ ਦਾ ਰਾਜ ਸੀ ਉਹ ਪੂਰੀ ਤਰ੍ਹਾਂ ਨਾਲ ਅੰਗਰੇਜ਼ੀ ਹਕੂਮਤ ਦੇ ਅਧੀਨ ਆ ਗਿਆ ਸੀ। ਪੰਜਾਬ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਸ਼ੁਰੂ ਹੋਈ? ਲੇਕਿਨ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਕਾਫੀ ਸਾਰੇ ਸੁਧਾਰ ਦੇ ਕੰਮ ਵੀ ਕੀਤੇ, ਜਿਵੇਂ ਕਿ ਰੇਲਵੇ ਲਾਈਨ ਉਹਨਾਂ ਦੇ ਟਾਈਮ ਵਿੱਚ ਸ਼ੁਰੂ ਕੀਤੀ ਗਈ ਸੀ। ਤੇ ਹੁਣ ਤੁਸੀਂ ਯਾਦ ਕਿੱਦਾਂ ਰੱਖਣਾ, 1849 ਨੂੰ ਪੰਜਾਬ ਜੋ ਹੈ ਅੰਗਰੇਜ਼ੀ ਹਕੂਮਤ ਦੇ ਅਧੀਨ ਆਇਆ ਤੇ ਉਹ ਤੋਂ 10 ਸਾਲਾਂ ਬਾਅਦ 59 ਦੇ ਵਿੱਚ ਪਹਿਲੀ ਰੇਲਵੇ ਲਾਈਨ ਸ਼ੁਰੂ ਕੀਤੀ ਗਈ। 8 ਫਰਵਰੀ 1859 ਈਸਵੀ ਵਿੱਚ ਅੰਮ੍ਰਿਤਸਰ ਤੋਂ ਮੁਲਤਾਨ ਤੱਕ ਪਹਿਲੀ ਰੇਲਵੇ ਲਾਈਨ ਸ਼ੁਰੂ ਕੀਤੀ ਗਈ। ਠੀਕ ਹੈ, ਨੈਕਸਟ ਕੁਐਸਚਨ ਹੈ, ਹੁਣ ਅਸੀਂ ਕੁਛ ਇੱਕ ਧਰਮ ਅਤੇ ਸਮਾਜ ਸੁਧਾਰਕ ਲਹਿਰਾਂ ਪੰਜਾਬ ਦੇ ਵਿੱਚ ਚਲੀਆਂ ਸੀਗੀਆਂ ਤਾਂ ਕਿ ਗੁਰਦੁਆਰਾ ਨੂੰ ਮਹੰਤਾ ਦੇ ਕਬਜ਼ੇ ਤੋਂ ਛੁਡਾਇਆ ਜਾ ਸਕੇ ਜਾਂ ਧਰਮ ਨੂੰ ਵਧੀਆ ਕੀਤਾ ਜਾ ਸਕੇ ਪੰਜਾਬ ਦੇ ਵਿੱਚ। ਠੀਕ ਹੈ ਜੀ, ਕੁਛ ਇੱਕ ਧਾਰਮਿਕ ਤੇ ਸਮਾਜ ਸੁਧਾਰਕ ਲਹਿਰਾਂ ਚਲੀਆਂ ਸੀ, ਉਹਦੇ ਬਾਰੇ ਆਪਾਂ ਪੜਾਂਗੇ। ਸਭ ਤੋਂ ਪਹਿਲਾਂ ਕਿਹੜੀ ਲਹਿਰ ਪੰਜਾਬ ਦੇ ਵਿੱਚ ਆਈ? ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਲਹਿਰ ਆਈ ਸੀ ਉਹਦੇ ਬਾਰੇ ਪੁੱਛਿਆ ਗਿਆ ਹੈ। ਬ੍ਰਹਮੋ ਸਮਾਜ, ਜਿਸ ਦੀ ਨੀਂਹ ਰਾਜਾ ਰਾਮ ਮੋਹਨ ਰਾਏ ਦੁਆਰਾ 1828 ਈਸਵੀ ਵਿੱਚ ਰੱਖੀ ਗਈ ਸੀ। ਇੰਪੋਰਟੈਂਟ ਕੁਐਸਚਨ ਹੈ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਕਿਹੜੀ ਲਹਿਰ ਆਈ ਸੀ? ਬ੍ਰਹਮੋ ਸਮਾਜ ਆਈ ਸੀ। ਇਹਦੀ ਨੀਂਹ ਰੱਖੀ ਸੀ ਰਾਜਾ ਰਾਮ ਮੋਹਨ ਰਾਏ ਦੁਆਰਾ 1828 ਈਸਵੀ ਦੇ ਵਿੱਚ। ਠੀਕ ਹੈ, ਸੈਕਿੰਡ ਕੁਐਸਚਨ ਹੈ, ਆਰੀਆ ਸਮਾਜ ਦੀ ਨੀਂਹ ਕਦੋਂ ਅਤੇ ਕਿਸ ਦੁਆਰਾ ਰੱਖੀ ਗਈ? ਆਰੀਆ ਸਮਾਜ, ਇਹ ਕੁਐਸਚਨ ਵੀ ਇੰਪੋਰਟੈਂਟ ਹੈ। ਆਰੀਆ ਸਮਾਜ ਦੀ ਨੀਂਹ ਦਇਆਨੰਦ ਸਰਸਵਤੀ ਦੁਆਰਾ 1875 ਈਸਵੀ ਵਿੱਚ ਰੱਖੀ ਗਈ। ਜੇ ਤੁਸੀਂ ਸਨ ਯਾਦ ਕਰ ਲੈਂਦੇ ਹੋ ਤਾਂ ਜ਼ਿਆਦਾ ਵਧੀਆ ਗੱਲ ਹੈ, ਅਦਰਵਾਈਜ਼ ਨਾਮ ਤਾਂ ਜ਼ਰੂਰ ਯਾਦ ਰੱਖੋ ਕਿ ਕਿਸ ਦੁਆਰਾ ਕੀਤੀ ਗਈ ਸੀ। ਆਰੀਆ ਸਮਾਜ ਦੀ ਨੀਂਹ ਜੋ ਹੈ ਉਹ ਦਇਆਨੰਦ ਸਰਸਵਤੀ ਦੁਆਰਾ 1875 ਈਸਵੀ ਵਿੱਚ ਸ਼ੁਰੂ ਕੀਤੀ ਗਈ। ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਲਹਿਰ ਕਿਹੜੀ ਸੀ? ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਲਹਿਰ ਜਿਹੜੀ ਸੀ ਉਹਨੂੰ ਸਿੰਘ ਸਭਾ ਲਹਿਰ ਕਿਹਾ ਜਾਂਦਾ ਸੀ, ਜਿਹੜੀ ਜੁਲਾਈ 30 1873 ਈਸਵੀ ਸਿੱਖ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਬੈਠਕ ਬੁਲਾਈ ਗਈ ਸੀ, ਜਿਸ ਵਿੱਚ ਸਿੰਘ ਸਭਾ ਨਾਂ ਦੀ ਸੰਸਥਾ ਬਣਾਈ ਗਈ ਸੀ। ਠੀਕ ਹੈ, ਆਹ ਕੁਐਸਚਨ ਆ ਸਕਦਾ ਹੈ ਪੇਪਰ ਦੇ ਵਿੱਚ, ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਲਹਿਰ ਕਿਹੜੀ ਸੀ? ਸਿੰਘ ਸਭਾ ਲਹਿਰ, ਜਿਹੜੀ ਕਿ ਸਿੱਖ ਆਗੂਆਂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਬੈਠਕ ਬੁਲਾਈ ਗਈ ਸੀ, ਜਿਸ ਦੇ ਵਿੱਚ ਸਿੰਘ ਸਭਾ ਨਾਮ ਦੀ ਸੰਸਥਾ ਬਣਾਈ ਗਈ ਸੀ। ਕਦੋਂ ਬਣਾਈ ਗਈ ਸੀ, ਕਦੋਂ ਬੈਠਕ ਹੋਈ ਸੀ? 30 ਜੁਲਾਈ 1873 ਈਸਵੀ ਨੂੰ। ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਇਹ ਕੁਐਸਚਨ ਵੀ ਤੁਸੀਂ ਯਾਦ ਕਰਨਾ ਹੈ। ਬਾਬਾ ਦਿਆਲ ਦੁਆਰਾ 19ਵੀਂ ਸਦੀ ਦੇ ਅੰਤ ਵਿੱਚ ਕੀਤੀ ਗਈ। ਨਿਰੰਕਾਰੀ ਲਹਿਰ ਦੀ ਸਥਾਪਨਾ ਬਾਬਾ ਦਿਆਲ ਦੁਆਰਾ 19ਵੀਂ ਸਦੀ ਦੇ ਅੰਤ ਵਿੱਚ ਕੀਤੀ ਗਈ। ਨਿਰੰਕਾਰੀ ਲਹਿਰ ਦਾ ਮੰਤਰ ਕੀ ਸੀ? ਠੀਕ ਹੈ ਜੀ, ਪਹਿਲਾਂ ਆਪਾਂ ਕੁਐਸਚਨ ਕਰਕੇ ਆਏ ਹਾਂ ਕਿ ਨਿਰੰਕਾਰੀ ਲਹਿਰ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਬਾਬਾ ਦਿਆਲ ਦੁਆਰਾ 19ਵੀਂ ਸਦੀ ਦੇ ਅੰਤ ਵਿੱਚ। ਇਹਦਾ ਮੰਤਰ ਕੀ ਸੀ? ਇਹਦੇ ਦੋ ਮੰਤਰ ਸੀ, ਧੰਨ ਨਿਰੰਕਾਰ, ਅਮੂਰਤ ਗੁਰੂ ਦੀ ਉਸਤਤ ਕਰਨਾ, ਦੇਹਧਾਰੀ ਸਭਾ ਖਵਾਰ, ਦੇਹਧਾਰੀਆਂ ਦੀ ਪੂਜਾ ਕਿਸੇ ਤਰ੍ਹਾਂ ਵੀ ਲਾਭਕਾਰੀ ਨਹੀਂ। ਇਹ ਇਹਨਾਂ ਦੇ ਮੰਤਰ ਸੀ ਨਿਰੰਕਾਰੀ ਲਹਿਰ ਦੇ।
ਜਿਹੜੀ ਨਿਰੰਕਾਰੀ ਲਹਿਰ ਸੀ ਉਹ ਕਿਸ ਪ੍ਰਥਾ ਦੀ ਵਿਰੋਧੀ ਸੀ? ਨਿਰੰਕਾਰੀ ਲਹਿਰ ਜੋ ਸੀ ਉਹ ਦਹੇਜ ਪ੍ਰਥਾ ਦੇ ਵਿਰੋਧ ਦੇ ਵਿੱਚ ਸੀ। ਸਭ ਤੋਂ ਪਹਿਲਾ ਨਿਰੰਕਾਰੀ ਦਰਬਾਰ ਕਿੱਥੇ ਸਥਾਪਿਤ ਕੀਤਾ ਗਿਆ? 1851 ਈਸਵੀ ਨੂੰ ਰਾਵਲਪਿੰਡੀ ਵਿਖੇ, ਸਭ ਤੋਂ ਪਹਿਲਾਂ ਰਾਵਲਪਿੰਡੀ ਵਿਖੇ ਜੋ ਹੈ ਨਿਰੰਕਾਰੀ ਦਰਬਾਰ ਸਥਾਪਿਤ ਕੀਤਾ ਗਿਆ ਸੀ, ਜਿਸ ਨੂੰ 1947 ਦੀ ਪੰਜਾਬ ਵੰਡ ਕਾਰਨ ਪਹਿਲਾਂ ਅੰਮ੍ਰਿਤਸਰ ਫਿਰ ਚੰਡੀਗੜ੍ਹ ਤਬਦੀਲ ਕਰਨਾ ਪਿਆ। ਠੀਕ ਹੈ ਜੀ, ਵੰਡ ਤੋਂ ਪਹਿਲਾਂ ਜਿਹੜਾ ਸੀ ਰਾਵਲਪਿੰਡੀ 'ਚ ਸੀਗਾ, ਜਦੋਂ ਵੰਡ ਹੋ ਗਈ ਉਸ ਤੋਂ ਬਾਅਦ ਪਹਿਲਾਂ ਅੰਮ੍ਰਿਤਸਰ ਟ੍ਰਾਂਸਫਰ ਕੀਤਾ ਇਸ ਨੂੰ, ਉਸ ਤੋਂ ਬਾਅਦ ਚੰਡੀਗੜ੍ਹ। ਨਿਰੰਕਾਰੀ ਲਹਿਰ ਦੇ ਮੋਢੀ ਬਾਬਾ ਦਿਆਲ ਮਗਰੋਂ ਉਹਨਾਂ ਦਾ ਉੱਤਰਾਧਿਕਾਰੀ ਕੌਣ ਬਣਿਆ? ਨਿਰੰਕਾਰੀ ਲਹਿਰ ਦੇ ਮੋਢੀ ਜਿਹੜੇ ਸੀ ਬਾਬਾ ਦਿਆਲ, ਜਿਨ੍ਹਾਂ ਦੀ ਆਪਾਂ ਗੱਲ ਕਰਕੇ ਆਏ ਹਾਂ, ਉਹਨਾਂ ਦਾ ਉੱਤਰਾਧਿਕਾਰੀ ਬਣਿਆ ਸੀ ਉਹਨਾਂ ਦਾ ਵੱਡਾ ਪੁੱਤਰ ਦਰਬਾਰਾ ਸਿੰਘ। ਠੀਕ ਹੈ, ਉਹਨਾਂ ਦਾ ਵੱਡਾ ਪੁੱਤਰ ਦਰਬਾਰਾ ਸਿੰਘ ਨਿਰੰਕਾਰੀ ਲਹਿਰ ਦਾ ਮੋਢੀ ਬਣਿਆ। ਨਿਰੰਕਾਰੀਆਂ ਨੇ ਆਪਣੇ ਆਪ ਨੂੰ ਕਿਸ ਕੌਮ ਦਾ ਨਾਮ ਦਿੱਤਾ? ਨਿਰੰਕਾਰੀਆਂ ਨੇ ਆਪਣੇ ਆਪ ਨੂੰ ਕੀ ਕਿਹਾ? ਕੀ ਕਹਿੰਦੇ? ਉਹ ਕਹਿੰਦੇ ਕਿ ਆਪਾਂ ਸਿੱਖ ਹਾਂ। ਉਹਨਾਂ ਨੇ ਆਪਣੇ ਆਪ ਨੂੰ ਸਿੱਖ ਕਿਹਾ। ਰਾਧਾ ਸੁਆਮੀ ਲਹਿਰ ਦੀ ਨੀਂਹ ਕਿਸ ਦੁਆਰਾ ਰੱਖੀ ਗਈ ਸੀ? ਠੀਕ ਹੈ ਜੀ, ਆਗਰੇ ਦੇ ਇੱਕ ਹਿੰਦੂ ਖਜ਼ਾਨਚੀ ਸ਼ਿਵ ਦਿਆਲ ਨੇ 19ਵੀਂ ਸਦੀ ਵਿੱਚ ਨੀਂਹ ਰੱਖੀ। ਉਹਨਾਂ ਨੇ ਰੱਬ ਨੂੰ ਮਨ ਤੇ ਪਰਮਾਤਮਾ ਦੇ ਮੇਲ ਦਾ ਨਾਮ ਦਿੱਤਾ। ਰੱਬ ਕੀ ਹੈ? ਮਨ ਤੇ ਪਰਮਾਤਮਾ ਦੇ ਮੇਲ ਨੂੰ ਰੱਬ ਦਾ ਨਾਮ ਦਿੱਤਾ। ਕਿਸ ਦੁਆਰਾ ਰੱਖੀ ਗਈ? 19ਵੀਂ ਸਦੀ ਦੇ ਵਿੱਚ ਸ਼ਿਵ ਦਿਆਲ ਦੁਆਰਾ, ਜੋ ਕਿ ਆਗਰੇ ਦਾ ਇੱਕ ਹਿੰਦੂ ਖਜ਼ਾਨਚੀ ਸੀ। ਨੈਕਸਟ ਕੁਐਸਚਨ ਹੈ, ਨਾਮਧਾਰੀ ਲਹਿਰ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਠੀਕ ਹੈ ਜੀ, ਨਾਮਧਾਰੀ ਲਹਿਰ ਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਉੱਚੀ ਆਵਾਜ਼ ਵਿੱਚ ਮੰਤਰ ਪੜ੍ਹਦੇ ਸਨ। ਕੂਕਾ ਲਹਿਰ ਕਿਉਂ ਕਿਹਾ ਜਾਂਦਾ ਹੈ? ਉੱਚੀ ਉੱਚੀ ਆਵਾਜ਼ ਦੇ ਵਿੱਚ ਮੰਤਰ ਪੜ੍ਹਦੇ ਸੀ, ਇਸ ਲਈ ਇਸ ਨੂੰ ਕੂਕਾ ਲਹਿਰ ਕਿਹਾ ਜਾਂਦਾ ਹੈ। ਕੂਕਾ ਲਹਿਰ ਦਾ ਦੂਸਰਾ ਨਾਮ ਕੀ ਹੈ? ਨਾਮਧਾਰੀ ਲਹਿਰ। ਨਾਮਧਾਰੀ ਲਹਿਰ ਦੀ ਨੀਂਹ ਕਿਸ ਦੁਆਰਾ ਰੱਖੀ ਗਈ ਸੀ? ਨਾਮਧਾਰੀ ਲਹਿਰ ਦੀ ਜੋ ਨੀਂਹ ਹੈ ਬਾਬਾ ਬਾਲਕ ਸਿੰਘ ਦੁਆਰਾ ਰੱਖੀ ਗਈ। ਨਾਮਧਾਰੀ ਲਹਿਰ ਕਿਸ ਦੀ ਨੀਂਹ ਕਿਸ ਦੁਆਰਾ ਰੱਖੀ ਗਈ? ਬਾਬਾ ਬਾਲਕ ਸਿੰਘ ਦੁਆਰਾ। ਉਹ ਭਗਤ ਜਵਾਹਰ ਮਲ ਦੇ ਸੱਚੇ ਭਗਤ ਸਨ। ਮੇਨ ਚੀਜ਼ ਯਾਦ ਕਰਨ ਵਾਲੀ ਕੀ ਹੈ? ਨਾਮਧਾਰੀ ਲਹਿਰ ਦੀ ਨੀਂਹ ਕਿਸਨੇ ਰੱਖੀ? ਬਾਬਾ ਬਾਲਕ ਸਿੰਘ ਜੀ ਨੇ। ਨਾਮਧਾਰੀ ਲਹਿਰ ਨੇ ਕਿਹੜੀ ਨੀਤੀ ਅਪਣਾਈ? ਸਖਤ ਤਪ ਕਰਕੇ ਮੁਕਤੀ ਪਾਉਣ ਦੀ ਨੀਤੀ। ਉਹ ਕਹਿੰਦੇ ਸੀ ਸਖਤ ਤਪ ਕਰਕੇ ਮੁਕਤੀ ਮਿਲ ਸਕਦੀ ਹੈ, ਇਸ ਲਈ ਉਹਨਾਂ ਨੇ ਨੀਤੀ ਅਪਣਾਈ ਸਖਤ ਤਪ ਕਰਕੇ ਮੁਕਤੀ ਪਾਉਣ ਦੀ। ਬਾਬਾ ਬਾਲਕ ਸਿੰਘ ਦੇ ਉੱਤਰਾਧਿਕਾਰੀ ਕੌਣ ਬਣੇ? ਬਾਬਾ ਬਾਲਕ ਸਿੰਘ ਦੇ ਉੱਤਰਾਧਿਕਾਰੀ ਬਣੇ ਬਾਬਾ ਰਾਮ ਸਿੰਘ। ਸਿੰਘ ਸਭਾ ਲਹਿਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸਭ ਤੋਂ ਪਹਿਲੀ ਬੈਠਕ ਸਿੰਘ ਸਭਾ ਲਹਿਰ ਦੀ ਕਿੱਥੇ ਹੋਈ ਸੀ? 1 ਅਕਤੂਬਰ 1873 ਈਸਵੀ ਨੂੰ ਪਹਿਲੀ ਬੈਠਕ ਅਕਾਲ ਤਖਤ ਦੇ ਸਾਹਮਣੇ ਹੋਈ। ਸਿੰਘ ਸਭਾ ਲਹਿਰ ਦੀ ਪਹਿਲੀ ਬੈਠਕ ਅਕਾਲ ਤਖਤ ਦੇ ਸਾਹਮਣੇ 1 ਅਕਤੂਬਰ 1873 ਈਸਵੀ ਨੂੰ ਹੋਈ। ਸਿੰਘ ਸਭਾ ਲਹਿਰ ਕਿਉਂ ਬਣਾਈ ਗਈ ਸੀ? ਸਿੱਖਾਂ ਨੂੰ ਧਰਮ ਪਰਿਵਰਤਨ ਕਰਕੇ ਈਸਾਈ ਬਣਾਇਆ ਜਾ ਰਿਹਾ ਸੀ, ਇਸ ਕਾਰਨ ਇਹ ਸਿੰਘ ਸਭਾ ਨਾਂ ਦੀ ਸੰਸਥਾ ਬਣਾਈ ਗਈ। ਠੀਕ ਹੈ ਜੀ, ਕਿਉਂ ਬਣਾਈ ਗਈ ਸੀ ਇਹ ਸਿੰਘ ਸਭਾ ਲਹਿਰ ਜਾਂ ਸੰਸਥਾ? ਕਿਉਂਕਿ ਸਿੱਖਾਂ ਨੂੰ ਧਰਮ ਪਰਿਵਰਤਨ ਕਰਕੇ ਜ਼ਬਰਦਸਤੀ ਈਸਾਈ ਬਣਾਇਆ ਜਾ ਰਿਹਾ ਸੀ, ਇਸ ਕਰਕੇ ਇਹ ਸੰਸਥਾ ਬਣਾਈ ਗਈ। ਸਿੰਘ ਸਭਾ ਲਹਿਰ ਦੀ ਮੁੱਖ ਪ੍ਰਾਪਤੀ ਕਿਹੜੀ ਸੀ? ਮੁੱਖ ਪ੍ਰਾਪਤੀ 1909 ਈਸਵੀ ਦਾ ਆਨੰਦ ਮੈਰਿਜ ਐਕਟ ਪਾਸ ਕਰਨਾ ਅਤੇ ਇਸ ਤਰ੍ਹਾਂ ਦੇ ਕਾਨੂੰਨੀ ਵਿਆਹ ਨੂੰ ਮਾਨਤਾ ਦੇਣੀ। ਇਹ ਕੁਐਸਚਨ ਵੀ ਇੰਪੋਰਟੈਂਟ ਹੈ ਕਿ ਆਨੰਦ ਮੈਰਿਜ ਐਕਟ ਕਦੋਂ ਪਾਸ ਹੋਇਆ ਸੀ? 1909। ਤੇ ਕਿਸ ਦੁਆਰਾ ਜਿਹੜਾ ਸੀਗਾ ਇਸ ਪ੍ਰਾਪਤੀ ਨੂੰ ਪ੍ਰਾਪਤ ਕੀਤਾ ਗਿਆ ਸੀ? ਸਿੰਘ ਸਭਾ ਲਹਿਰ ਦੇ ਦੁਆਰਾ। ਅੰਜੁਮਨ-ਏ ਪੰਜਾਬ ਦੀ ਸਥਾਪਨਾ ਕਦੋਂ ਹੋਈ? ਅੰਜੁਮਨ-ਏ ਪੰਜਾਬ ਦੀ ਸਥਾਪਨਾ 1865 ਈਸਵੀ ਵਿੱਚ ਅੰਗਰੇਜ਼ੀ ਕਿਤਾਬਾਂ ਦੇ ਪੰਜਾਬੀ ਵਿੱਚ ਅਨੁਵਾਦ ਦੇ ਮੰਤਵ ਨਾਲ ਅੰਜੁਮਨ-ਏ ਪੰਜਾਬ ਦੀ ਸਥਾਪਨਾ ਕੀਤੀ ਗਈ। ਠੀਕ ਹੈ, ਕਿਉਂ ਕੀਤੀ ਗਈ ਦੀ ਸਥਾਪਨਾ? ਤਾਂ ਕਿ ਜੋ ਅੰਗਰੇਜ਼ੀ ਕਿਤਾਬਾਂ ਨੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਜਾ ਸਕੇ, ਇਸ ਲਈ 1865 ਈਸਵੀ ਵਿੱਚ ਇਸ ਦੀ ਸਥਾਪਨਾ ਕੀਤੀ ਗਈ। ਕਾਮਾਗਾਟਾਮਾਰੂ ਕੀ ਸੀ? ਇੰਪੋਰਟੈਂਟ ਕੁਐਸਚਨ ਹੈ। ਇਹ ਇੱਕ ਜਾਪਾਨੀ ਜਹਾਜ਼ ਸੀ ਜਿਸ ਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। 1914 ਵਿੱਚ ਇਸ ਨੂੰ ਗੁਰਦਿੱਤ ਸਿੰਘ ਨੇ ਹਾਂਗਕਾਂਗ ਤੋਂ ਕਿਰਾਏ ਤੇ ਲਿਆ ਸੀ ਤਾਂ ਜੋ ਭਾਰਤੀ ਪ੍ਰਵਾਸੀ ਦੀ ਟੋਲੀ ਨੂੰ ਕੈਨੇਡਾ ਪਹੁੰਚਾਇਆ ਜਾ ਸਕੇ। ਠੀਕ ਹੈ ਜੀ, ਇੰਪੋਰਟੈਂਟ ਕੁਐਸਚਨ ਹੈ ਕੀ ਸੀ ਕਾਮਾਗਾਟਾਮਾਰੂ? ਇੱਕ ਜਾਪਾਨੀ ਜਹਾਜ਼ ਸੀ ਜਿਹਦਾ ਨਾਮ ਬਦਲ ਕੇ ਗੁਰੂ ਨਾਨਕ ਜਹਾਜ਼ ਰੱਖ ਦਿੱਤਾ ਗਿਆ ਸੀ। 1914 ਦੇ ਵਿੱਚ ਇਸ ਨੂੰ ਗੁਰਦਿੱਤ ਸਿੰਘ ਨੇ ਹਾਂਗਕਾਂਗ ਤੋਂ ਕਿਰਾਏ ਤੇ ਲਿਆ ਸੀ ਤਾਂ ਜੋ ਭਾਰਤੀ ਪ੍ਰਵਾਸੀਆਂ ਦੀ ਟੋਲੀ ਨੂੰ ਕੈਨੇਡਾ ਪਹੁੰਚਾਇਆ ਜਾ ਸਕੇ। ਜਲਿਆਂਵਾਲਾ ਬਾਗ ਦਾ ਸਾਕਾ ਕਦੋਂ ਤੇ ਕਿੱਥੇ ਵਾਪਰਿਆ?
ਸਭ ਨੂੰ ਪਤਾ ਹੈ ਕਿ ਜਲਿਆਂਵਾਲਾ ਬਾਗ ਦਾ ਸਾਕਾ ਜੋ ਹੈ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰਿਆ ਸੀ। ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ ਯਾਦ ਵਿੱਚ ਕਿਹੜਾ ਸਮਾਰਕ ਬਣਾਇਆ ਗਿਆ ਹੈ? ਜਿਹੜਾ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਹੋਇਆ ਸੀ ਉਹਦੀ ਯਾਦ ਵਿੱਚ ਆਜ਼ਾਦੀ ਦੀ ਲਾਟ ਸਮਾਰਕ ਬਣਾਇਆ ਗਿਆ ਹੈ। ਗਦਰ ਲਹਿਰ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ? 1913 ਵਿੱਚ ਲਾਲਾ ਹਰਦਿਆਲ ਜੀ ਦੁਆਰਾ ਗਦਰ ਲਹਿਰ ਦੀ ਸ਼ੁਰੂਆਤ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਕੀਤੀ ਗਈ। ਪਹਿਲਾ ਵਿਸ਼ਵ ਯੁੱਧ ਕਦੋਂ ਛਿੜਿਆ? 1914 ਦੇ ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਗੁਰਦੁਆਰਾ ਸੁਧਾਰ ਲਹਿਰ ਨੂੰ ਹੋਰ ਕਿਸ ਨਾਂ ਨਾਲ ਵੀ ਜਾਣਿਆ ਜਾਂਦਾ ਹੈ? ਗੁਰਦੁਆਰਾ ਸੁਧਾਰ ਲਹਿਰ ਦਾ ਦੂਸਰਾ ਨਾਮ ਹੈ ਅਕਾਲੀ ਲਹਿਰ। ਇਹ ਲਹਿਰ ਸਿੱਖਾਂ ਵੱਲੋਂ ਵਿੰਡੀ ਇੱਕ ਲੰਮੀ ਲਹਿਰ ਸੀ ਜਿਸ ਰਾਹੀਂ ਉਹ ਮਹੰਤਾਂ ਵੱਲੋਂ ਆਪਣੇ ਧਾਰਮਿਕ ਸਥਾਨਾਂ ਤੇ ਕੀਤੇ ਕਬਜ਼ਿਆਂ ਨੂੰ ਖਤਮ ਕਰਨਾ ਚਾਹੁੰਦੇ ਸਨ। ਗੁਰਦੁਆਰਾ ਸੁਧਾਰ ਲਹਿਰ ਕਿਉਂ ਚਲਾਈ ਗਈ ਸੀ? ਕਿਉਂਕਿ ਜਿਹੜੇ ਗੁਰਦੁਆਰੇ ਸੀ ਉਹਨਾਂ ਦੇ ਉੱਪਰ ਮਹੰਤਾਂ ਨੇ ਆਪਣਾ ਕਬਜ਼ਾ ਕਰ ਲਿਆ ਸੀ ਤੇ ਮਹੰਤਾਂ ਤੋਂ ਉਹਨਾਂ ਦੇ ਕਬਜ਼ੇ ਛੁਡਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ, ਜਿਸ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਬਣਾਈ ਗਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਕੁਐਸਚਨ ਇੰਪੋਰਟੈਂਟ ਹੈ ਤੇ ਇਸ ਨੂੰ ਜ਼ਰੂਰ ਯਾਦ ਕਰ ਲਓ ਕਿ ਸੁੰਦਰ ਸਿੰਘ ਮਜੀਠੀਆ ਇਸ ਦਾ ਪਹਿਲਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਤੇ 15 ਨਵੰਬਰ 1920 ਨੂੰ ਜਿਸ ਦੇ 175 ਮੈਂਬਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਬਣਾਈ ਗਈ? 15 ਨਵੰਬਰ 1920 ਨੂੰ ਬਣਾਈ ਗਈ। ਸਿੱਖ ਗੁਰਦੁਆਰਾ ਐਕਟ ਕਦੋਂ ਲਾਗੂ ਹੋਇਆ? 1 ਨਵੰਬਰ 1925 ਨੂੰ ਸਿੱਖ ਗੁਰਦੁਆਰਾ ਐਕਟ ਲਾਗੂ ਹੋਇਆ। 1 ਨਵੰਬਰ 1925 ਨੂੰ। ਨਨਕਾਣਾ ਸਾਹਿਬ ਦਾ ਸਾਕਾ ਕਿਸ ਤਰ੍ਹਾਂ ਕਰਵਾਇਆ ਗਿਆ ਸੀ? ਇਹ ਚਾਹੇ ਤੁਸੀਂ ਜੇ ਨਹੀਂ ਯਾਦ ਰੱਖਣਾ ਚਾਹੁੰਦੇ ਤਾਂ ਛੱਡ ਵੀ ਸਕਦੇ ਹੋ ਡੇਟ। ਵੈਸੇ ਕੀ ਹੋਇਆ ਸੀ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ? 20 ਫਰਵਰੀ 1921 ਨੂੰ ਮਹੰਤ ਨਾਰਾਇਣ ਦਾਸ ਅਤੇ ਉਸਦੇ ਸੈਨਿਕਾਂ ਨੇ 150 ਅਕਾਲੀਆਂ ਦੇ ਸ਼ਾਂਤੀਮਈ ਜੱਥੇ ਨੂੰ ਹਿੰਸਕ ਰੂਪ ਵਿੱਚ ਕਤਲ ਕਰ ਦਿੱਤਾ ਸੀ। ਇਹ ਹੋਇਆ ਸੀ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਕਿ ਸ਼ਾਂਤੀਮਈ ਜੱਥਾ ਸੀ ਅਕਾਲੀਆਂ ਦਾ ਜਿਸ ਨੂੰ ਮਹੰਤ ਨਾਰਾਇਣ ਦਾਸ ਨੇ ਆਪਣੇ ਸੈਨਿਕਾਂ ਦੇ ਨਾਲ ਕਤਲ ਕਰ ਦਿੱਤਾ ਸੀਗਾ 20 ਫਰਵਰੀ 1921 ਨੂੰ। ਗੁਰੂ ਕਾ ਬਾਗ ਗੁਰਦੁਆਰਾ ਕਿੱਥੇ ਸਥਿਤ ਹੈ? ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਪਿੰਡ ਰਾਖੇਵਾਲੀ ਵਿੱਚ ਸਥਿਤ ਹੈ। ਗੁਰੂ ਕਾ ਬਾਗ ਗੁਰਦੁਆਰਾ ਕਿੱਥੇ ਹੈ? ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਪਿੰਡ ਹੈ ਰਾਖੇਵਾਲੀ, ਉੱਥੇ ਸਥਿਤ ਹੈ ਗੁਰੂ ਕਾ ਬਾਗ ਗੁਰਦੁਆਰਾ। ਕੁਐਸਚਨ ਹੈ ਗੁਰੂ ਕਾ ਬਾਗ ਗੁਰਦੁਆਰੇ ਦੀ ਜ਼ਮੀਨ ਤੇ ਸਿੱਖਾਂ ਨੂੰ ਕਬਜ਼ਾ ਕਦ ਮਿਲਿਆ? ਠੀਕ ਹੈ ਜੀ, 1922 ਨੂੰ ਸਿੱਖਾਂ ਨੂੰ ਇਸ ਜ਼ਮੀਨ ਤੇ ਕਬਜ਼ਾ ਮਿਲ ਗਿਆ ਸੀ। ਕਿਸ ਕਾਰਨ ਮਿਲਿਆ ਸੀ? ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਐਡਵਰਡ ਮੈਕਲੈਗਨ ਨੇ 13 ਸਤੰਬਰ 1922 ਈਸਵੀ ਨੂੰ ਪੁਲਿਸ ਦੀ ਹਿੰਸਕ ਕਾਰਵਾਈ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। ਪੁਲਿਸ ਜੋ ਹੈ ਬਹੁਤ ਜ਼ਿਆਦਾ ਹਿੰਸਕ ਕਾਰਵਾਈ ਕਰ ਰਹੀ ਸੀ ਸਿੱਖਾਂ ਦੇ ਨਾਲ, ਅਕਾਲੀਆਂ ਦੇ ਨਾਲ, ਜਿਹਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਰ ਐਡਵਰਡ ਮੈਕਲੈਗਨ ਦੁਆਰਾ, ਜਿਸ ਕਾਰਨ 1922 ਨੂੰ ਸਿੱਖਾਂ ਨੂੰ ਗੁਰੂ ਕਾ ਬਾਗ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਮਿਲ ਗਿਆ। ਅਗਲਾ ਇੰਪੋਰਟੈਂਟ ਕੁਐਸਚਨ ਹੈ ਗੁਰੂ ਕਾ ਬਾਗ ਗੁਰਦੁਆਰਾ ਕਿਹਨਾਂ ਗੁਰੂਆਂ ਦੀ ਫੇਰੀ ਦੀ ਯਾਦ ਤੇ ਬਣਾਇਆ ਗਿਆ ਹੈ? ਜਿਹੜਾ ਗੁਰੂ ਕਾ ਬਾਗ ਗੁਰਦੁਆਰਾ ਹੈ ਉਹ ਗੁਰੂ ਤੇਗ ਬਹਾਦਰ ਤੇ ਗੁਰੂ ਅਰਜੁਨ ਦੇਵ ਜੀ ਦੀ ਫੇਰੀ ਦੀ ਯਾਦ ਤੇ ਬਣਾਇਆ ਗਿਆ ਹੈ। ਜੈਤੋ ਦਾ ਮੋਰਚਾ ਦਾ ਮੰਤਵ ਕੀ ਸੀ? ਠੀਕ ਹੈ ਜੀ, ਨਾਭਾ ਦੇ ਮਹਾਰਾਜਾ ਰਿਪੂਦਮਨ ਸਿੰਘ ਨੂੰ ਮੁੜ ਰਾਜਗੱਦੀ ਤੇ ਬਿਠਾਉਣਾ। ਜੈਤੋ ਦੇ ਮੋਰਚੇ ਦਾ ਮੰਤਵ ਇਹ ਸੀ ਕਿ ਜਿਹੜੇ ਨਾਭਾ ਦੇ ਮਹਾਰਾਜਾ ਸੀ ਰਿਪੂਦਮਨ, ਉਹਨਾਂ ਨੂੰ ਮੁੜ ਰਾਜਗੱਦੀ ਤੇ ਬਿਠਾਉਣਾ ਚਾਹੁੰਦੇ ਸੀ, ਇਸ ਲਈ ਇਸ ਦਾ ਮੋਰਚਾ ਕੀਤਾ ਗਿਆ ਸੀਗਾ। ਰਿਪੂਦਮਨ ਜਿਹੜੇ ਮਹਾਰਾਜਾ ਸੀਗੇ ਉਹਨਾਂ ਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਉਹ ਆਪਣੇ ਨਾਬਾਲਿਗ ਪੁੱਤਰ ਨੂੰ ਗੱਦੀ ਤੇ ਰਾਜਗੱਦੀ ਤੇ ਬਿਠਾਉਣ, ਪਰ ਜਿਹੜੇ ਮਹਾਰਾਜਾ ਰਿਪੂਦਮਨ ਸੀ ਉਹਨਾਂ ਨੇ ਗੁਰੂ ਕੇ ਬਾਗ ਮੋਰਚੇ ਸਮੇਂ ਅਕਾਲੀਆਂ ਦਾ ਤਹਿ ਦਿਲੋਂ ਸਾਥ ਦਿੱਤਾ ਸੀ, ਇਸ ਲਈ ਸਾਰੇ ਅਕਾਲੀ ਮਹਾਰਾਜਾ ਰਿਪੂਦਮਨ ਦੇ ਨਾਲ ਸੀ। ਉਹਨਾਂ ਦੇ ਲਈ ਜੈਤੋ ਦਾ ਮੋਰਚਾ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਮੁੜ ਰਾਜਗੱਦੀ ਤੇ ਬਿਠਾਇਆ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸ ਦਿਨ ਨੂੰ ਨਾਭਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ? 9 ਸਤੰਬਰ 1923 ਜੈਤੋ ਨਾਭਾ ਵਿਖੇ ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਰਖਵਾਏ। ਨਾਭਾ ਦਿਵਸ ਕਿਸ ਦਿਨ ਮਨਾਉਣ ਦਾ ਐਲਾਨ ਕੀਤਾ? 9 ਸਤੰਬਰ 1923 ਨੂੰ। ਕਿੱਥੇ? ਜੈਤੋ ਨਾਭਾ ਵਿਖੇ ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਰਖਵਾਏ ਗਏ। ਕਿਉਂ ਰਖਵਾਏ ਗਏ?
क्योंकि इन्हां दा मेन एम सीगा कि महाराजा रिपू दमन नूं दुबारा राजगद्दी ते बिठाना है, इसलिए उन्हां वल्लों गुरुद्वारा गंगसर विखे अखंड पाठ रखवाए गए ते नाभा दिवस किस दिन मनाउण दा ऐलान किया? 9 सितंबर 1923 नूं। बब्बर अकाली लहर कदों शुरू हुई? बब्बर अकाली लहर 1920 के आरंभ विच गुरधामां दे सुधारे लई उठी अकाली लहर की बुनियादी शाखा सी। 1920 के आरंभ दे विच अकाली लहर जिहड़ी बनाई गई सी, उसी दे मोहरे बब्बर लगा के बब्बर अकाली लहर बना दिती गई। ठीक है, यह एक अजिहा दल सी जो अहिंसा त्याग के हिंसन तरीक़िਆਂ नाल मुश्किलों का हल लभ रही सी। बब्बर का अर्थ है शेर, बब्बर का अर्थ है शेर, तो बब्बर अकाली लहर का मेन एम सीगा कि अहिंसा नूं त्याग के हिंसक तरीक़िਆਂ दे नाल अपनी मुश्किलों का हल लभना है। हिंसक तरीके अपनाते सी बब्बर अकाली लहर वाले। बब्बर अकाली लहर के मोढी कौन सन? मास्टर मोता सिंह अते किशन सिंह गड़गज बब्बर अकाली लहर के मोढी सन। पंजाब रियासती प्रजामंडल कदों स्थापित किया गया? 1928 ईस्वी विच यह मंडल स्थापित होया। इस मंडल ने पटियाला के महाराजा भुपिंदर सिंह के माड़े शासन का विरोध किया। पंजाब रियासती प्रजामंडल इंपॉर्टेंट क्वेश्चन है, तो कदों स्थापित किया गया? इसनूं तुसीं जरूर याद रख लो। 1928 ईस्वी विच मंडल स्थापित होया। इस मंडल ने पटियाले के महाराजा भुपिंदर सिंह के माड़े शासन का विरोध किया। अंग्रेज़ों खिलाफ सब तो पहला नाम मिलवर्तन लहर किसने चलाई? नामधारियों ने चलाई सी नाम मिलवर्तन लहर, नामधारियों ने। कूका जा नामधारी लहर किसनूं पूजिया जांदा सी? इस विच गां दी पूजा की जाती सी। जलियांवाला बाग के साके के विरोध विच किस ने अंग्रेज़ सरकार वालों मिलिया नाइटहुड का खिताब वापस कर दिता गया सी? जिहड़े रविंद्रनाथ टैगोर सी उन्होंने नाइटहुड का खिताब मिलिया सी, पर जो जलियांवाला बाग का साका होया इस दे विरोध दे विच उन्होंने जिहड़ा उन्होंने नाइटहुड का खिताब मिलिया सी उन्होंने वापस कर दिता सी। शहीद भगत सिंह का जन्म कदों अते कित्थे होया? 27 सितंबर 1907 नूं संधू जट परिवार विच बंगा जिला लायलपुर हुण पाकिस्तान विच है। पिता का नाम सरदार किशन गदर लहर के समर्थक सन। कदों होया? 1907 नूं होया सी संधू जट परिवार विच पिंड बंगा जिला लायलपुर दे विच जो कि हुण पाकिस्तान विच है विखे होया। भगत सिंह ने भगत सिंह ने नौजवान पंजाब सभा का गठन कद किया? 1926 दे विच 1926 दे विच पंजाब सभा नौजवान पंजाब सभा का गठन किया। लाला लाजपत राय की मौत कद हुई? 17 नवंबर 1928 नूं साइमन कमीशन की विरोधता तहत एक जलसा कढ़िया गया जिस विच बेरहमी नाल होए लाठी चार्ज विच उन्हां दी मौत हो गई। ठीक है जी, 17 नवंबर 1928 ईस्वी नूं। भगत सिंह चंद्रशेखर आजाद अते राजगुरु पुलिस सुपरडेंट सांडर्स नूं मौत के घाट उतार दिता। ठीक है, इन्हां तिन्नां ने मिलकर भगत सिंह चंद्रशेखर आजाद ते राजगुरु ने पुलिस सुपरडेंट सांडर्स नूं मौत के घाट उतार दिता, जदों कि उन्हां दा असली उद्देश्य किसनूं मारना सी। किसनूं मारना चाहते सी? सुपरडेंट स्कॉट नूं मारना चाहते सी, स्कॉट नूं, पर उन्हां वल्लों सुपरडेंट सांडर्स नूं मौत के घाट उतार दिता गया। भगत सिंह किस एसोसीएशन के सरगर्म मैंबर बने? हिंदुस्तान रिपब्लिक एसोसीएशन, जिसका नाम बदल के बाद विच हिंदुस्तान सोशलिस्ट रिपब्लिक एसोसीएशन रख दिता गया। नैक्सट क्वेश्चन है, भगत सिंह अते वीके दत्त ने सेंट्रल लैजिस्लेटिव असैंबली विच किस बिल के विरोध विच बंब सुट्टे? सेंट्रल लैजिस्लेटिव असैंबली विच भगत सिंह ते वीके सिंह ने बंब सुट्टे सी। किस बिल के विरोध में सुट्टे सी? पब्लिक सेफ्टी बिल अते ट्रेड डिस्प्यूट बिल। ठीक है, दो बिल बनाए गए सी अंग्रेज़ों द्वारा। इन्हां बिलों के अंतर्गत भारतीय नागरिकों के अधिकारां विच कटौती की गई सी। जिहड़े भारतीय नागरिकों को अधिकार मिले सी उन्हां दे विच कटौती कर दी गई सी, जिस करके पब्लिक सेफ्टी बिल अते ट्रेड डिस्प्यूट बिल इन्हां दे विरोध दे विच बंब सुट्टे गए सी। 23 मार्च 1931 ईस्वी नूं किहड़े देश भगतां नूं फांसी के तख्ते ते लटका दिता गया? ये डेट जरूर याद कर लवो। भगत सिंह सुखदेव अते राजगुरु नूं 23 मार्च 1931 ईस्वी नूं फांसी के तख्ते ते लटका दिता गया सी। शहीद उधम सिंह का असल नाम की सी? शहीद उधम सिंह का असल नाम सी शेर सिंह।
ਇਹਨਾਂ ਦਾ ਜਨਮ ਜੋ ਸੀ ਉਹ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ। ਬਹੁਤ ਛੋਟੀ ਉਮਰ ਦੇ ਵਿੱਚ ਹੀ ਇਹ ਯਤੀਮ ਹੋ ਗਏ ਸੀ। ਇਹਨਾਂ ਨੂੰ ਯਤੀਮਖਾਨੇ ਦੇ ਵਿੱਚ ਇਹਨਾਂ ਨੂੰ ਜਿਹੜਾ ਨਾਮ ਮਿਲਿਆ ਸੀ ਊਧਮ ਸਿੰਘ ਯਤੀਮਖਾਨੇ ਦੇ ਵਿੱਚ। ਤੇ ਇਹਨਾਂ ਦਾ ਅਸਲ ਨਾਂ ਕੀ ਸੀ? ਸ਼ੇਰ ਸਿੰਘ ਇਹਨਾਂ ਦਾ ਅਸਲ ਨਾਂ ਸੀ, ਜਿਨ੍ਹਾਂ ਦਾ ਜਨਮ ਹੋਇਆ ਸੀ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ। ਸ਼ਹੀਦ ਊਧਮ ਸਿੰਘ ਨੇ ਕਿਹੜਾ ਨਾਮ ਧਾਰਨ ਕੀਤਾ? ਇਹਨਾਂ ਨੇ ਨਾਮ ਧਾਰਨ ਕੀਤਾ ਸੀ ਰਾਮ ਮੁਹੰਮਦ ਸਿੰਘ ਆਜ਼ਾਦ। ਠੀਕ ਹੈ, ਜੋ ਕਿ ਤਿੰਨੋਂ ਧਰਮਾਂ ਨੂੰ, ਹਿੰਦੂ, ਮੁਸਲਮਾਨ ਤੇ ਸਿੱਖ ਨੂੰ ਦਰਸਾਉਂਦਾ ਹੈ। ਰਾਮ ਹਿੰਦੂ ਨੂੰ, ਮੁਹੰਮਦ ਮੁਸਲਮਾਨ ਨੂੰ, ਸਿੰਘ ਸਿੱਖ ਨੂੰ ਦਰਸਾਉਂਦਾ ਹੈ। ਠੀਕ ਹੈ ਜੀ। ਤੇ ਆਹ ਨਾਮ ਰੱਖਿਆ ਗਿਆ ਸੀ, ਸ਼ਹੀਦ ਊਧਮ ਸਿੰਘ ਨੇ ਇਹ ਨਾਮ ਧਾਰਨ ਕੀਤਾ ਸੀ ਰਾਮ ਮੁਹੰਮਦ ਸਿੰਘ ਆਜ਼ਾਦ। ਸ਼ਹੀਦ ਊਧਮ ਸਿੰਘ ਨੇ ਕਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ? ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਕੈਕਸਟਲ ਹਾਲ ਲੰਡਨ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ, ਮਾਈਕਲ ਉਡਵਾਇਰ ਨੂੰ। ਨੈਕਸਟ ਕੁਐਸਚਨ ਹੈ, ਪੰਜਾਬੀ ਐਂਡ ਦ ਪੀਪਲ ਅਖਬਾਰ ਦਾ ਸੰਪਾਦਕ ਕੌਣ ਸੀ? ਦ ਪੰਜਾਬੀ ਐਂਡ ਦ ਪੀਪਲ ਅਖਬਾਰ ਦੇ ਸੰਪਾਦਕ ਸੀ ਲਾਲਾ ਲਾਜਪਤ ਰਾਏ। ਇਹ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ, ਤੁਸੀਂ ਇਹਨੂੰ ਯਾਦ ਜ਼ਰੂਰ ਕਰ ਲਵੋ। ਤੇ ਸਟੂਡੈਂਟਸ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਜਿਹੜੇ ਇੰਪੋਰਟੈਂਟ ਕੁਐਸਚਨਸ ਕੀਤੇ ਨੇ, ਪੰਜਾਬ ਦੇ ਵਿੱਚ ਕੁਝ ਸਮਾਜਿਕ ਤੇ ਧਾਰਮਿਕ ਸੁਧਾਰ ਲਹਿਰਾਂ ਜਿਹੜੀਆਂ ਚੱਲੀਆਂ ਸੀਗੀਆਂ ਉਹਨਾਂ ਦੇ ਨਾਲ ਰਿਲੇਟਡ ਹੈ। ਤੇ ਇਹ ਜਿਹੜਾ ਟੌਪਿਕ ਹੈ ਇਹ ਤੁਹਾਡੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਵਿੱਚ ਹੈਗਾ ਆ, ਬ੍ਰਿਟਿਸ਼ ਪੀਰੀਅਡ। ਤੇ ਇਸ ਲਈ ਮੈਂ ਆਪਣਾ ਟੌਪਿਕ ਤੇ ਵੀਡੀਓ ਬਣਾਈ ਹੈ। ਬਾਕੀ ਅਗਲੇ ਅਗਲੇ ਟੌਪਿਕ ਨੇ ਉਹ ਵੀ ਮੈਂ ਲੈ ਕੇ ਆਉਂਗੀ ਬਹੁਤ ਜਲਦ। ਮਿਲਦੇ ਹਾਂ ਅਗਲੇ ਵੀਡੀਓ ਵਿੱਚ, ਤਦ ਤੱਕ ਲਈ ਰੱਬ ਰਾਖਾ, ਧੰਨਵਾਦ।